ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ। ਆਓ ਅੱਜ ਇਸ ਵੀਡੀਓ ਦੇ ਵਿੱਚ 11ਵੀਂ ਕਲਾਸ ਦੇ ਮਾਡਲ ਟੈਸਟ ਪੇਪਰ 8ਵੇਂ ਦੇ ਓਬਜੈਕਟਿਵ ਟਾਈਪ ਪ੍ਰਸ਼ਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਚੱਲਦੇ ਹਾਂ ਭਾਗੂੜਾ ਦੇ ਪਹਿਲੇ ਪ੍ਰਸ਼ਨ ਤੇ। ਹੜੱਪਾ ਸੱਭਿਅਤਾ ਦੇ ਲੋਕਾਂ ਦੁਆਰਾ ਪੂਜਿਆ ਜਾਂਦਾ ਮੁੱਖ ਦੇਵਤਾ ਕਿਹੜਾ ਸੀ? ਸ਼ਿਵ। ਸਵਾਮੀ ਮਹਾਵੀਰ ਦਾ ਜਨਮ ਕਿੱਥੇ ਹੋਇਆ? ਮਹਾਵੀਰ ਦਾ ਜਨਮ ਹੋਇਆ ਸੀ ਵੈਸ਼ਾਲੀ ਵਿਖੇ, ਜਿਹੜਾ ਸੀ ਕੁੰਡਗ੍ਰਾਮ ਦੇ ਨੇੜੇ, ਤਾਂ ਆਪਸ਼ਨ ਊੜਾ ਕੁੰਡਗ੍ਰਾਮ। ਸੁੰਗ ਵੰਸ਼ ਦਾ ਸੰਸਥਾਪਕ ਕੌਣ ਸੀ? ਪੁਸ਼ਯਮਿੱਤਰ ਸੁੰਗ, ਆਪਸ਼ਨ ਊੜਾ। ਚਾਲੁਕਿਆ ਵੰਸ਼ ਦੀ ਰਾਜਧਾਨੀ ਦਾ ਕੀ ਨਾਂ ਸੀ? ਆਪਸ਼ਨ ਊੜਾ ਬਾਦਾਮੀ। ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਕਤੀ ਕਨੌਜ ਲਈ ਚੱਲੇ ਸੰਘਰਸ਼ ਵਿੱਚ ਸ਼ਾਮਿਲ ਨਹੀਂ ਸੀ? ਤਾਂ ਇਹਦਾ ਵੀ ਉੱਤਰ ਊੜਾ ਚੌਹਾਨ ਹੈ, ਕਿਉਂਕਿ ਪਾਲ, ਰਾਸ਼ਟਰਕੂਟ ਤੇ ਪ੍ਰਤਿਹਾਰ ਇਹ ਤਿੰਨੋਂ ਹੀ ਸ਼ਕਤੀਆਂ ਨੇ ਯੁੱਧ ਕੀਤਾ ਸੀ ਕਨੌਜ ਨੂੰ ਲੈ ਕੇ। ਅੱਗੇ 6ਵਾਂ ਪ੍ਰਸ਼ਨ ਹੈ, ਅਲਾਉਦੀਨ ਖਲਜੀ ਨੇ ਹੇਠ ਲਿਖਿਆਂ ਵਿੱਚੋਂ ਕਿਹੜਾ ਆਰਥਿਕ ਸੁਧਾਰ ਲਾਗੂ ਕੀਤਾ ਸੀ? ਤਾਂ ਉਹਨਾਂ ਨੇ ਇਹ ਤਿੰਨੋਂ ਹੀ ਜਿਹੜੇ ਸੁਧਾਰ ਸੀ ਉਹ ਲਾਗੂ ਕੀਤੇ ਸੀ। ਕੀਮਤਾਂ ਵੀ ਨਿਸ਼ਚਿਤ ਕੀਤੀਆਂ ਸੀ ਵਸਤਾਂ ਦੀਆਂ, ਰਾਸ਼ਨ ਪ੍ਰਣਾਲੀ ਦੇ ਵਿੱਚ ਵੀ ਸੁਧਾਰ ਕੀਤਾ ਸੀ, ਮੰਡੀਆਂ ਦਾ ਪ੍ਰਬੰਧ ਵੀ ਕੀਤਾ ਸੀ। ਤਾਂ ਇਹਦਾ ਉੱਤਰ ਆਏਗਾ ਸੱਸਾ, ਉੱਪਰ ਲਿਖੇ ਸਾਰੇ। 7ਵਾਂ ਪ੍ਰਸ਼ਨ, ਗੋਲ ਗੁੰਬਦ ਕਿਸ ਬਹਮਨੀ ਸੁਲਤਾਨ ਦਾ ਮਕਬਰਾ ਹੈ? ਇਹਦਾ ਵੀ ਉੱਤਰ ਊੜਾ ਹੈ, ਮੁਹੰਮਦ ਆਦਿਲ ਸ਼ਾਹ। 8ਵਾਂ ਹੈ, ਮੀਰਾਬਾਈ ਕਿਸ ਦੀ ਭਗਤ ਸੀ? ਇਹਦਾ ਵੀ ਆਪਸ਼ਨ ਊੜਾ ਹੈ, ਗੁਰੂ ਰਵਿਦਾਸ। ਇਹ ਪਿਛਲੀ ਵੀਡੀਓ ਦੇ ਵਿੱਚ ਕਾਹਲੀ ਦੇ ਵਿੱਚ ਗਲਤ ਬੋਲਿਆ ਗਿਆ ਸੀ ਪੁੱਤ, ਸੰਤ ਕਬੀਰ ਬੋਲਿਆ ਗਿਆ ਸੀ, ਪਰ ਇਹਦਾ ਉੱਤਰ ਆਏਗਾ ਗੁਰੂ ਰਵਿਦਾਸ। 9ਵਾਂ ਹੈ, ਬਹਮਨੀ ਸਮਾਜ ਦੇ ਪ੍ਰਾਂਤਾਂ ਦੀ ਗਿਣਤੀ ਕਿੰਨੀ ਸੀ? ਤਾਂ ਇਹਦਾ ਉੱਤਰ ਆਏਗਾ 4, ਪਰ ਇੱਥੇ ਆਪਸ਼ਨ ਦਿੱਤੀ ਨਹੀਂ ਹੋਈ ਕੋਈ। ਜਿਵੇਂ 5 ਲਿਖਿਆ ਹੋਇਆ ਤਾਂ ਤੁਸੀਂ ਆਪਸ਼ਨ ਊੜਾ ਵਾਲੀ ਤੇ ਉੱਥੇ ਲਿਖ ਕੇ 4 ਸਹੀ ਕਰੋਗੇ। 10ਵਾਂ ਹੈ, ਹੇਠ ਲਿਖਿਆਂ ਵਿੱਚੋਂ ਕੌਣ ਵੈਸ਼ਨਵ ਭਗਤ ਨਹੀਂ ਸੀ? ਤਾਂ ਵੈਸ਼ਨਵ ਭਗਤ ਕਬੀਰ ਜੀ ਨਹੀਂ ਸਨ। 11ਵਾਂ ਹੈ, ਗੁਰੂ ਅਰਜਨ ਦੇਵ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ? ਤਾਂ ਗੁਰੂ ਅਰਜਨ ਦੇਵ ਜੀ ਨੂੰ 1606 ਈਸਵੀ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ, ਆਪਸ਼ਨ ਈੜੀ। ਅਕਬਰ ਦੀ ਤਾਜਪੋਸ਼ੀ ਕਦੋਂ ਹੋਈ? 1556 ਈਸਵੀ ਦੇ ਵਿੱਚ, ਆਪਸ਼ਨ ਊੜਾ। 13ਵਾਂ ਪ੍ਰਸ਼ਨ ਹੈ, ਅਕਬਰ ਦੇ ਸਮੇਂ ਕਿੰਨੇ ਪ੍ਰਾਂਤ ਸਨ? ਤਾਂ ਅਕਬਰ ਦੇ ਸਮੇਂ ਪ੍ਰਾਂਤਾਂ ਦੀ ਗਿਣਤੀ ਸੀ ਜਿਹੜੀ ਉਹ 15 ਸੀ। 14ਵਾਂ ਪ੍ਰਸ਼ਨ ਹੈ, ਸ਼ਿਵਾਜੀ ਦਾ ਰਾਜ ਤਿਲਕ ਕਦੋਂ ਹੋਇਆ? ਤਾਂ ਸ਼ਿਵਾਜੀ ਦਾ ਰਾਜ ਤਿਲਕ ਹੋਇਆ ਸੀ 1674 ਈਸਵੀ ਨੂੰ, ਰਾਏਗੜ੍ਹ ਵਿਖੇ ਉਹਨਾਂ ਦਾ ਰਾਜ ਤਿਲਕ ਕੀਤਾ ਗਿਆ ਸੀ। ਅੱਗੇ ਤੁਹਾਡਾ ਪ੍ਰਸ਼ਨ ਹੈ ਜੀ, ਪਹਿਲਾ ਜਾਂ ਛੋਟਾ ਘੱਲੂਘਾਰਾ ਕਦੋਂ ਵਾਪਰਿਆ? ਤਾਂ 1746 ਈਸਵੀ ਦੇ ਵਿੱਚ, ਆਪਸ਼ਨ ਸੱਸਾ ਇਹਦਾ ਸਹੀ ਉੱਤਰ ਹੈ। ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨੂੰ ਆਪਣੇ ਸਾਮਰਾਜ ਦੀ ਰਾਜਧਾਨੀ ਬਣਾਇਆ? ਲਾਹੌਰ ਨੂੰ। ਭਾਰਤ ਵਿੱਚ ਸਭ ਤੋਂ ਪਹਿਲੀ ਸ਼ਕਤੀ ਕਿਹੜੀ ਆਈ ਸੀ? ਤਾਂ ਸਭ ਤੋਂ ਪਹਿਲਾਂ ਪੁਰਤਗਾਲੀ ਭਾਰਤ ਦੇ ਵਿੱਚ ਆਏ ਸੀ, ਆਪਸ਼ਨ ਈੜੀ। 18ਵਾਂ ਹੈ, ਲਾਰਡ ਡਲਹੌਜੀ ਨੇ ਲੈਪਸ ਦੇ ਸਿਧਾਂਤ ਨੂੰ ਕਦੋਂ ਪ੍ਰਚਲਿਤ ਕੀਤਾ ਸੀ? ਤਾਂ 1848 ਈਸਵੀ ਦੇ ਵਿੱਚ ਹੀ ਉਹਨਾਂ ਨੇ ਲੈਪਸ ਦੇ ਸਿਧਾਂਤ ਨੂੰ ਲਾਗੂ ਕਰ ਦਿੱਤਾ ਸੀ, ਤੇ ਪਹਿਲਾ ਜਿਹੜਾ ਰਾਜ ਇਸ ਨੀਤੀ ਦੇ ਤਹਿਤ ਮਿਲਾਇਆ ਗਿਆ ਸੀ ਉਹ ਸੀ ਸਤਾਰਾ। ਨੈਕਸਟ ਤੁਹਾਡਾ ਕੁਐਸਚਨ ਹੈ, ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਕਿੱਥੇ ਆਰੰਭ ਹੋਈ? ਇਹ ਬੰਬਈ ਤੋਂ ਥਾਣਾ, ਬਹੁਤ ਵਾਰ ਪ੍ਰਸ਼ਨ ਆ ਚੁੱਕਾ ਹੈ। ਨੈਕਸਟ ਹੈ ਤੁਹਾਡਾ, ਨਾਮਧਾਰੀ ਲਹਿਰ ਦੀ ਸਥਾਪਨਾ ਕਿੱਥੇ ਗਈ ਸੀ? ਕਿੱਥੇ ਕੀਤੀ ਗਈ ਸੀ? ਨਾਮਧਾਰੀ ਲਹਿਰ ਦੀ ਸਥਾਪਨਾ ਕੀਤੀ ਗਈ ਸੀ ਭੈਣੀ ਸਾਹਿਬ, ਜਿਹੜਾ ਕਿ ਲੁਧਿਆਣਾ ਵਿਖੇ ਮੌਜੂਦ ਹੈ। ਅੱਗੇ ਆ ਜਾਓ ਜੀ, ਭਾਗਾੜਾ ਤੇ ਖਾਲੀ ਥਾਵਾਂ। ਸਿੰਧ ਘਾਟੀ ਸੱਭਿਅਤਾ ਦੀ ਲਿਪੀ ਚਿੱਤਰਮਈ ਸੀ। ਦੂਜਾ ਹੈ, ਸਿਕੰਦਰ ਨੇ ਵਿੱਚ ਭਾਰਤ ਤੇ ਹਮਲਾ ਕੀਤਾ 326 ਈਸਵੀ ਪੂਰਵ। ਤੀਜਾ ਹੈ, ਤਰਾਇਣ ਦੀ ਪਹਿਲੀ ਲੜਾਈ 1191 ਈਸਵੀ ਵਿੱਚ ਹੋਈ। ਚੌਥਾ ਹੈ, ਸ਼ਾਹਜਹਾਂ ਦੇ ਸਮੇਂ ਮੁਗਲ ਪ੍ਰਾਂਤਾਂ ਦੀ ਗਿਣਤੀ ਸੀ, ਕੁੱਲ 22 ਪ੍ਰਾਂਤ ਸੀ। ਸਭ ਤੋਂ ਵੱਧ ਸ਼ਾਹਜਹਾਂ ਦੇ ਸਮੇਂ ਹੋਏ ਹੈ ਪ੍ਰਾਂਤ, ਤਾਂ ਤੁਹਾਨੂੰ ਸਾਰੇ ਹੀ ਆਪਾਂ ਦੱਸ ਦਿੰਦੇ ਹਾਂ। ਅਕਬਰ ਦੇ ਸਮੇਂ ਹੋਏ ਸੀ 15, ਜਹਾਂਗੀਰ ਵੇਲੇ 17 ਸੀ, ਔਰੰਗਜ਼ੇਬ ਵੇਲੇ 21 ਸੀ, ਤੇ ਸ਼ਾਹਜਹਾਂ ਵੇਲੇ 22 ਪ੍ਰਾਂਤ ਸੀ। 22 ਰਾਜਾਂ ਦੀ ਗਿਣਤੀ ਸੀ ਸ਼ਾਹਜਹਾਂ ਦੇ ਸਮੇਂ। ਨਵਾਬ ਕਪੂਰ ਸਿੰਘ ਇਹ ਫੈਜ਼ਲਪੁਰੀਆ ਮਿਸਲ ਦੇ ਮੋਢੀ ਸੀ। ਅੱਗੇ ਹੈ ਜੀ, ਕਾਲੀਦਾਸ ਨੇ ਸ਼ਕੁੰਤਲਾ ਨਾਂ ਦਾ ਪ੍ਰਸਿੱਧ ਨਾਟਕ ਲਿਖਿਆ। ਇਹ ਬਿਲਕੁਲ ਸਹੀ ਹੈ। ਮੁਹੰਮਦ ਬਿਨ ਤੁਗਲਕ ਨੂੰ ਪੜ੍ਹਿਆ ਲਿਖਿਆ ਮੂਰਖ ਕਿਹਾ ਜਾਂਦਾ ਸੀ। ਇਹ ਵੀ ਬਿਲਕੁਲ ਸਹੀ ਹੈ। ਕਿਉਂ ਕਿਹਾ ਜਾਂਦਾ ਸੀ? ਕਿਉਂਕਿ ਇਹਨੇ ਕੁਝ ਅਜਿਹੇ ਫੈਸਲੇ ਲਾਗੂ ਕੀਤੇ ਸੀ ਜਿਹੜੇ ਕਿ ਇਹਦੇ ਰਾਜ ਲਈ ਜਾਂ ਪਰਜਾ ਲਈ ਸਹੀ ਨਹੀਂ ਸੀ, ਇਸੇ ਕਰਕੇ ਇਹਨੂੰ ਪੜ੍ਹਿਆ ਲਿਖਿਆ ਮੂਰਖ ਕਿਹਾ ਜਾਂਦਾ ਸੀ। ਅੱਗੇ ਹੈ ਜੀ, ਸ਼ਿਵਾਜੀ ਦਾ ਜਨਮ 1627 ਈਸਵੀ ਨੂੰ ਪੂਨਾ ਵਿਖੇ ਹੋਇਆ। ਇਹ ਵੀ ਬਿਲਕੁਲ ਸਹੀ ਹੈ। ਅੱਗੇ ਹੈ ਜੀ ਤੁਹਾਡਾ 9ਵਾਂ, ਬਕਸਰ ਦੀ ਲੜਾਈ ਵਿੱਚ ਮੀਰ ਕਾਸਿਮ ਜੇਤੂ ਰਿਹਾ। ਇਹ ਬਿਲਕੁਲ ਗਲਤ ਹੈ, ਕਿਉਂਕਿ ਅੰਗਰੇਜ਼ ਜੇਤੂ ਰਹੇ ਸੀ ਇਹਦੇ ਵਿੱਚ। 10ਵਾਂ ਹੈ, ਦੂਜਾ ਵਿਸ਼ਵ ਯੁੱਧ 1939 ਈਸਵੀ ਵਿੱਚ ਸ਼ੁਰੂ ਹੋਇਆ। ਇਹ ਵੀ ਬਿਲਕੁਲ ਸਹੀ ਹੈ। ਅੱਗੇ ਆ ਜਾਂਦੇ ਹਾਂ ਜੀ ਆਪਾਂ ਭਾਗ ਸੱਸਾ ਦੇ ਪੈਰਾ ਵਾਲੇ ਪ੍ਰਸ਼ਨਾਂ ਵਿੱਚੋਂ। ਪਹਿਲੇ ਪੈਰੇ ਦੇ ਪਹਿਲਾ ਪ੍ਰਸ਼ਨ ਹੈ, ਸਿੱਖ ਲਹਿਰ ਦੇ ਮੋਢੀ ਕੌਣ ਸਨ? ਬਿਲਕੁਲ ਸੌਖਾ ਪ੍ਰਸ਼ਨ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਸਨ।
ਦੂਜਾ ਪ੍ਰਸ਼ਨ ਹੈ ਜੀ, ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਿਸ ਗੁਰੂ ਨੇ ਕੀਤੀ ਸੀ? ਸਥਾਪਨਾ ਨਹੀਂ, ਇੱਥੇ ਸੰਪਾਦਨਾ ਪੜ੍ਹਿਆ ਜਾਵੇ ਤਾਂ ਸੰਪਾਦਨਾ ਕੀਤੀ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ, 5ਵੇਂ ਗੁਰੂ ਸਾਹਿਬਾਨ ਨੇ। ਤੀਜਾ ਪ੍ਰਸ਼ਨ ਹੈ ਤੁਹਾਡਾ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿਸ ਮੁਗਲ ਬਾਦਸ਼ਾਹ ਦੇ ਸਮੇਂ ਹੋਈ ਸੀ? ਤਾਂ ਜਹਾਂਗੀਰ ਦੇ ਸਮੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਸੀ। ਚੌਥਾ ਪ੍ਰਸ਼ਨ ਹੈ, ਸਿੱਖ ਧਰਮ ਵਿੱਚ ਨਵੀਂ ਨੀਤੀ ਕਿਸ ਗੁਰੂ ਨੇ ਚਲਾਈ ਸੀ? ਤਾਂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਨਵੀਂ ਨੀਤੀ ਮੀਰੀ ਤੇ ਪੀਰੀ ਦੀ ਚਲਾਈ ਸੀ। ਪੰਜਵਾਂ ਤੁਹਾਡਾ ਹੈ ਜੀ, ਖਾਲਸਾ ਪੰਥ ਦੀ ਸਥਾਪਨਾ ਕਿਸ ਗੁਰੂ ਨੇ ਕੀਤੀ ਸੀ? ਤਾਂ ਇਹ ਵੀ ਬਿਲਕੁਲ ਸੌਖਾ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਅੱਗੇ ਤੁਹਾਡਾ ਦੂਜੇ ਪੈਰੇ ਦੇ ਪਹਿਲੇ ਪ੍ਰਸ਼ਨ, ਵਰਨੈਕੂਲਰ ਪ੍ਰੈਸ ਐਕਟ ਕੀ ਸੀ? ਇਹ ਜਿਹੜਾ ਵਰਨੈਕੂਲਰ ਪ੍ਰੈਸ ਐਕਟ ਸੀ, ਇਹਦੇ ਵਿੱਚ ਜਿਹੜੀ ਭਾਰਤੀ ਪ੍ਰੈਸ ਸੀ ਜਾਂ ਭਾਰਤੀ ਅਖਬਾਰ ਸੀ, ਉਹਨਾਂ ਦੀ ਆਜ਼ਾਦੀ ਦੇ ਉੱਪਰ ਰੋਕ ਲਗਾ ਦਿੱਤੀ ਗਈ ਸੀ। ਸਿਰਫ ਜੋ ਅੰਗਰੇਜ਼ੀ ਮਟੀਰੀਅਲ ਛਾਪਣ ਵਾਲੇ ਸੀ, ਸਿਰਫ ਉਹਨਾਂ ਨੂੰ ਹੀ ਆਜ਼ਾਦੀ ਦਿੱਤੀ ਗਈ ਸੀ। ਇਸ ਤਰੀਕੇ ਨਾਲ ਭਾਰਤ ਦੇ ਜਿਹੜੇ ਅਖਬਾਰ ਸੀ, ਉਹਨਾਂ ਦੀ ਆਜ਼ਾਦੀ ਖੋਹ ਲਈ ਗਈ ਸੀ। ਦੂਜਾ ਪ੍ਰਸ਼ਨ ਹੈ, ਇਲਬਰਟ ਬਿੱਲ ਕਿਸ ਨੇ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ? ਤਾਂ ਲਾਰਡ ਰਿਪਨ ਨੇ ਇਲਬਰਟ ਬਿੱਲ ਹੈ ਜਿਹੜਾ ਉਹ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਇਲਬਰਟ ਬਿੱਲ ਕੀ ਸੀ? ਇਲਬਰਟ ਬਿੱਲ ਦੇ ਵਿੱਚ ਭਾਰਤੀ ਜੱਜਾਂ ਨੂੰ ਅੰਗਰੇਜ਼ ਅਪਰਾਧੀਆਂ ਦੇ ਮੁਕੱਦਮੇ ਸੁਣਨ ਦਾ ਅਧਿਕਾਰ ਮਿਲਣਾ ਸੀ, ਪਰ ਇਹ ਅੰਗਰੇਜ਼ਾਂ ਵੱਲੋਂ ਪਾਸ ਨਹੀਂ ਕੀਤਾ ਗਿਆ ਸੀ ਕਿਉਂਕਿ ਇਹਦਾ ਵਿਰੋਧ ਸ਼ੁਰੂ ਹੋ ਗਿਆ ਸੀ। ਚੌਥਾ ਹੈ, ਅੰਗਰੇਜ਼ਾਂ ਨੇ ਕਿਸ ICS ਅਧਿਕਾਰੀ ਨੂੰ ਪਦਵੀ ਦੇਣ ਤੋਂ ਇਨਕਾਰ ਕਰ ਦਿੱਤਾ? ਸੁਰਿੰਦਰ ਨਾਥ ਬੈਨਰਜੀ। ਪੰਜਵਾਂ ਪ੍ਰਸ਼ਨ ਹੈ, ਅੰਗਰੇਜ਼ੀ ਸਰਕਾਰ ਭਾਰਤੀਆਂ ਨੂੰ ਪੜ੍ਹਾ ਲਿਖਾ ਕੇ ਸਿਰਫ ਕੀ ਬਣਾਉਣਾ ਚਾਹੁੰਦੀ ਸੀ? ਤਾਂ ਸਿਰਫ ਕਲਰਕ ਬਣਾਉਣਾ ਚਾਹੁੰਦੀ ਸੀ। ਉਹ ਵੱਡੇ ਅਹੁਦਿਆਂ 'ਤੇ ਭਾਰਤੀਆਂ ਨੂੰ ਨਹੀਂ ਬਿਠਾਉਣਾ ਚਾਹੁੰਦੀ ਸੀ। ਤਾਂ ਇਹ ਸੀ ਤੁਹਾਡੇ 8ਵੇਂ ਮਾਡਲ ਟੈਸਟ ਪੇਪਰ ਦੇ ਪ੍ਰਸ਼ਨ। ਤਿਆਰੀ ਕਰਦੇ ਰਹੋ। ਆਲ ਦੀ ਬੈਸਟ।